7 ਮਹੀਨਿਆਂ ਦੇ ਬਿਨਾਂ ਅੱਖ ਝਪਕੇ ਗਵਾਹ ਹੋ ਤੁਸੀਂ ਅੰਦੋਲਨ ਦੇ। ਕਿਸ ਤਰ੍ਹਾਂ ਦੀ ਸਥਿਤੀ ਤੁਸੀਂ ਦੇਖ ਰਹੇ ਹੋ? ਹਨੇਰੀ, ਝੱਖੜ, ਸਰਦੀ, ਤੂਫਾਨ ਸਾਰਾ ਕੁਝ ਉੱਥੇ ਦੇਖਿਆ ਗਿਆ ਹੈ ਤੇ ਬੜੀਆਂ ਔਕੜਾਂ ਆਈਆਂ ਨੇ। ਸਥਾਨਕ ਲੋਕਾਂ ਨੂੰ ਵੀ ਉਕਸਾਇਆ ਗਿਆ ਹੈ ਸਰਕਾਰ ਵੱਲੋਂ, ਤੁਹਾਡੇ ਦੇ ਇੱਟਾਂ ਪੱਥਰ ਵਰੇ ਨੇ ਉੱਥੇ। ਤਾਂ ਕਿਸ ਤਰ੍ਹਾਂ ਇਹ ਸਾਰਾ ਸਮਾਂ ਲੰਘਿਆ? ਮੈਂ ਘਰ ਨਹੀਂ ਗਿਆ ਤੇ ਨਾ ਜਾਣਾ ਵਾ ਜਿੰਨਾ ਚਿਰ ਅਸੀਂ ਮੋਰਚੇ ਨੂੰ ਜਿੱਤ ਨਹੀਂ ਲੈਂਦੇ। ਸਾਡੇ ਕੋਲ ਦੋ ਹੀ ਰਾਹ ਵਾ, ਜਾਂ ਜਿੱਤਾਂਗੇ ਤੇ ਜਾਂ ਫਿਰ ਹਾਰਾਂਗੇ ਤੇ ਜੇਲੇ ਜਾਵਾਂਗੇ। ਜਦੋਂ 7 ਮਹੀਨੇ ਦੀ ਆਪਾਂ ਗੱਲ ਕਰ ਰਹੇ ਹਾਂ, ਪੰਜਾਬ ਦੀਆਂ ਚੋਣਾਂ ਵੀ ਨੇੜੇ ਆ ਗਈਆਂ ਨੇ, ਤਾਂ ਹੁਣ ਕੋਈ ਰਣਨੀਤੀ ਦੇ ਵਿੱਚ ਕੋਈ ਤਬਦੀਲੀ ਲਿਆਂਦੀ ਜਾ ਰਹੀ ਹੈ? ਸਾਡੇ ਲਈ ਅੰਦੋਲਨ 1 ਨੰਬਰ ਤੇ ਤੇ ਸਾਡੇ ਲਈ ਵੋਟਾਂ 2 ਨੰਬਰ ਤੇ, ਕਿਉਂਕਿ ਅੰਦੋਲਨ ਦੇ ਨਾਲ ਸਾਡੀ ਜ਼ਮੀਨ ਵੱਜੀ ਹੈ, ਇਸ ਅੰਦੋਲਨ ਦੇ ਨਾਲ ਸਾਡੀ ਜ਼ਿੰਦਗੀ ਵੱਜੀ ਹੈ। ਤੀਸਰਾ ਕਾਨੂੰਨ ਹੈ ਨਾ, ਜ਼ਰੂਰੀ ਸੋਧ ਵਸਤਾਂ ਵਾਲਾ, ਉਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਕਰੋੜਾਂ ਲੋਕ ਗਰੀਬ ਜਿਹੜੇ ਜਨਤਕ ਵੰਡ ਪ੍ਰਣਾਲੀ ਰਾਹੀਂ ਰਾਸ਼ਨ ਪ੍ਰਾਪਤ ਕਰਦੇ ਆ ਡੀਪੂਆਂ ਤੋਂ, ਉਹਨਾਂ ਦਾ ਭੋਗ ਪੈ ਜਾਣਾ। ਉਹ ਕਰੋੜਾਂ ਲੋਕ ਭੁੱਖ ਨਾ ਮਰ ਜਾਣੇ। ਮੋਦੀ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ। ਉਹ ਲੋਕ ਭਾਵੇਂ ਹਿੰਦੂ ਹੋਣ, ਕੋਈ ਹੋਣ, ਉਹਨੂੰ ਸਿਰਫ ਇੱਕ ਚਿੰਤਾ ਕਿ ਮੈਂ ਕਾਰਪੋਰੇਟ ਦੇ ਨਾਲ ਜਿਹੜਾ ਸਮਝੌਤਾ ਕੀਤਾ ਮੈਂ ਉੱਤੇ ਟਾਲਿਆ, ਕਿਉਂਕਿ ਇਹਨੇ ਬਹੁਤ ਵੱਡੇ ਗੱਫੇ ਲਏ ਉਹਨਾਂ ਕੋਲ। ਸਾਡੇ ਅੰਦੋਲਨ ਦੇ ਨਾਲ ਜਿਹੜੇ ਲੋਕ ਜੁੜੇ ਆ, ਸਥਾਨੀਆਂ ਲੋਕ, ਉਹ ਲੋਕ ਸਾਡੇ ਨਾਲ ਆ, ਅੱਜ ਵੀ ਨਾਲ ਆ ਸਾਡੇ। ਸਿਰਫ ਤੇ ਸਿਰਫ ਜਿਹੜੇ ਬੀਜੇਪੀ ਦੇ ਲੋਕ ਆ, ਉਹ ਬੀਜੇਪੀ ਦੇ ਲੋਕ ਰੌਲਾ ਪਾ ਰਹੇ ਆ, ਜਾਣ ਬੁੱਝ ਕੇ ਮਤਲਬ ਇਦਾਂ ਦੀ ਗੱਲ ਫੈਲਾ ਰਹੇ ਆ ਵੀ ਲੋਕ ਦੁਖੀ ਆ। ਅਸਲ 'ਚ ਲੋਕ ਨਹੀਂ ਦੁਖੀ, ਬੀਜੇਪੀ ਦੁਖੀ ਆ। ਲਾਈਵ ਪੰਜਾਬ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਮੈਂ ਹਾਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ। ਵਿਵਾਦਤ ਖੇਤੀ ਕਾਨੂੰਨਾਂ ਦੇ ਵਿਰੁੱਧ ਸ਼ੁਰੂ ਹੋਏ ਪੰਜਾਬ ਤੋਂ ਸ਼ੁਰੂ ਹੋਏ ਕਿਸਾਨ ਸੰਘਰਸ਼ ਨੂੰ ਅੱਜ 7 ਮਹੀਨੇ ਬੀਤ ਚੁੱਕੇ ਨੇ। ਕੇਂਦਰ ਸਰਕਾਰ ਦੀ ਢੀਠਤਾ ਦੀ ਹੱਦ ਇਹ ਹੈ ਕਿ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ। ਹਾਲਾਂਕਿ ਪੱਛਮੀ ਬੰਗਾਲ ਦੇ ਵਿੱਚ ਕਰਾਰੀ ਹਾਰ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਮਿਲ ਚੁੱਕੀ ਹੈ, ਪਰ ਇਸ ਦੇ ਬਾਵਜੂਦ ਵੀ ਜੋ ਇੱਕ ਬਰਫ਼ ਜੰਮੀ ਹੋਈ ਹੈ ਦੋਵੇਂ ਧਿਰਾਂ ਦੇ ਵਿਚਕਾਰ, ਉਹ ਸਰਕਾਰ ਵੱਲੋਂ ਨਹੀਂ ਤੋੜੀ ਜਾ ਰਹੀ, ਸਰਕਾਰ ਵੱਲੋਂ ਚੁੱਪ ਨਹੀਂ ਤੋੜੀ ਜਾ ਰਹੀ। ਸਰਕਾਰ ਪੂਰੀ ਢੀਠ ਬਣੀ ਹੋਈ ਹੈ। ਪਰ ਦੂਜੇ ਪਾਸੇ ਕਿਸਾਨਾਂ ਦੇ ਹੌਸਲੇ ਬੁਲੰਦ ਨੇ। ਕਿਸਾਨ ਅੱਜ ਦੇਸ਼ ਭਰ ਦੇ ਰਾਜਪਾਲਾਂ ਨੂੰ ਮੰਗ ਪੱਤਰ ਦੇ ਰਹੇ ਨੇ, ਘਿਰਾਓ ਕਰ ਰਹੇ ਨੇ ਰਾਜ ਭਵਨਾਂ ਦਾ, ਤਾਂ ਕਿ ਰਾਸ਼ਟਰਪਤੀ ਤੱਕ ਪਹੁੰਚ ਕੀਤੀ ਜਾਏ ਤੇ ਰਾਸ਼ਟਰਪਤੀ ਰਾਹੀਂ ਇਹ ਕਾਨੂੰਨਾਂ ਨੂੰ ਜਿਹੜਾ ਹੈਗਾ ਰੱਦੀ ਦੀ ਟੋਕਰੀ 'ਚ ਸੁਟਵਾਇਆ ਜਾ ਸਕੇ। ਪਰ ਇਸ ਦੌਰਾਨ ਜਿਹੜਾ ਇਹਨਾਂ 7 ਮਹੀਨਿਆਂ ਦੇ ਦੌਰਾਨ ਕਿਸਾਨਾਂ ਨੇ ਸਰਦੀ ਵੇਖ ਲਈ, ਗਰਮੀ ਵੇਖ ਲਈ, ਬਰਸਾਤ ਵੇਖ ਲਈ। ਕਿਸਾਨਾਂ ਨੇ ਆਪਣੀ ਹਾੜੀ ਵੱਢ ਲਈ ਤੇ ਹੁਣ ਜਿਹੜਾ ਸੌਣੀ ਲਾਉਣ ਦੀ ਲਗਭਗ ਤਿਆਰੀ ਹੈ, ਲਾਈ ਜਾਣ ਲੱਗ ਪਈ ਹੈ। ਲਗਭਗ ਇੱਕ ਕਿਸਾਨਾਂ ਦਾ ਜੋ ਸਰਕਲ ਹੁੰਦਾ ਹੈ, ਸਾਈਕਲ ਹੁੰਦਾ ਹੈ, ਉਹ ਕਿਸਾਨਾਂ ਨੇ ਪੂਰਾ ਕਰਕੇ ਇਹ ਵਿਖਾ ਦਿੱਤਾ ਕਿ ਅਸੀਂ ਆਪਣੀ ਖੇਤੀ ਸਾਂਭਣਾ ਵੀ ਜਾਣਦੇ ਹਾਂ ਤੇ ਆਪਣੇ ਹੱਕਾਂ ਦੀ ਰਾਖੀ ਲਈ ਲੜਨਾ ਵੀ ਜਾਣਦੇ ਹਾਂ। ਇਸ ਕਿਸਾਨ ਅੰਦੋਲਨ ਦੇ ਉੱਤੇ ਅੱਜ ਆਪਾਂ ਗੱਲਬਾਤ ਕਰਨ ਲਈ ਸਟੂਡੀਓ 'ਚ ਉਚੇਚੇ ਤੌਰ ਤੇ ਸੱਦਾ ਦਿੱਤਾ ਹੈ ਸਰਦਾਰ ਕਮਲਪ੍ਰੀਤ ਸਿੰਘ ਪੰਨੂ, ਜੋ ਕਿ ਕਿਸਾਨ ਸੰਘਰਸ਼ ਕਮੇਟੀ ਦੇ ਪ੍ਰਧਾਨ ਨੇ। ਪੰਨੂ ਸਾਹਿਬ ਉਹ ਸ਼ਖਸ ਨੇ ਜੋ 26 ਨਵੰਬਰ 2020 ਨੂੰ, ਜਿਸ ਦਿਨ ਅਫੀਸ਼ੀਅਲ ਤੌਰ ਤੇ ਇੱਕ ਕਿਸਾਨ ਸੰਘਰਸ਼ ਪੰਜਾਬ ਤੋਂ ਸ਼ੁਰੂ ਹੁੰਦਾ ਹੈ, ਦਿੱਲੀ ਵੱਲ ਜਿਹੜਾ ਵਹੀਰਾਂ ਘੱਤੀਆਂ ਜਾਂਦੀਆਂ ਨੇ, ਉਸ ਦਿਨ ਇਹ ਆਪਣੇ ਤਰਨਤਾਰਨ ਜ਼ਿਲ੍ਹੇ 'ਚ ਆਪਣੇ ਪਿੰਡੋਂ ਇਹ ਸਹੁੰ ਖਾ ਕੇ ਨਿਕਲੇ ਸੀ ਕਿ ਜੇਕਰ ਇਹ ਖੇਤੀ ਕਾਨੂੰਨ ਵਾਪਸ ਹੁੰਦੇ ਨੇ, ਰੱਦ ਹੁੰਦੇ ਨੇ, ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਂਦੀਆਂ ਨੇ, ਤਾਂ ਇਹ ਆਪਣੇ ਪਿੰਡ, ਆਪਣੇ ਘਰ ਪਰਤਣਗੇ, ਨਹੀਂ ਇਹਨਾਂ ਦੀ ਲਾਸ਼ ਆਵੇਗੀ। ਇਹ ਜਿਉਂਦੇ ਜੀ ਉਦੋਂ ਆਪਣੇ ਘਰ ਨਹੀਂ ਜਾਣਗੇ ਜਦੋਂ ਤੱਕ ਇਹ ਖੇਤੀ ਕਾਨੂੰਨ ਜਿਹੜੇ ਨੇ ਇਹ ਰੱਦ ਨਹੀਂ ਹੁੰਦੇ, ਵਾਪਸ ਨਹੀਂ ਲਏ ਜਾਂਦੇ। ਐਡੀ ਵੱਡੀ ਸਹੁੰ ਖਾ ਕੇ ਪੰਨੂ ਸਾਹਿਬ ਹੁਣ ਵੀ 7 ਮਹੀਨਿਆਂ ਤੋਂ ਲਗਾਤਾਰ ਦਿੱਲੀ ਮੋਰਚੇ 'ਚ ਡਟੇ ਹੋਏ ਨੇ, ਦਿੱਲੀ ਦੇ ਬਾਰਡਰ ਤੇ ਹੁਣ ਤੱਕ ਉਹ ਆਪਣੇ ਘਰ ਨਹੀਂ ਗਏ। ਪੰਨੂ ਸਾਹਿਬ ਇਸ ਵਕਤ ਸਾਡੇ ਨਾਲ ਸਾਡੇ ਸਟੂਡੀਓ 'ਚ ਬਣੇ ਹੋਏ ਨੇ। ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਦੱਸੋ ਕਿ ਤੁਸੀਂ ਇਹ ਸਹੁੰ ਕੀ ਖਾ ਕੇ ਘਰੋਂ ਨਿਕਲੇ ਸੀ ਤੇ ਤੁਹਾਡੇ ਪਰਿਵਾਰ ਦਾ ਜਿਹੜਾ ਹੈਗਾ ਇਸ ਬਾਰੇ ਕੀ ਪ੍ਰਤੀਕਰਮ ਰਿਹਾ ਹੈ? ਵੇਖੋ ਜੀ, ਇਸ ਅੰਦੋਲਨ ਦੀ ਜਿਹੜੀ ਸ਼ੁਰੂਆਤ ਆ ਉਹ ਪੰਜਾਬ ਤੋਂ ਹੋਈ ਆ ਜੀ। ਅਸੀਂ ਪੰਜਾਬ 'ਚ ਕਈ ਮਹੀਨੇ ਲੜੇ, ਪਿੰਡਾਂ ਦੇ ਲੋਕਾਂ ਨੂੰ ਜਗਾਇਆ, ਇਕੱਠ ਕੀਤੇ, ਮਾਰਚ ਕੀਤੇ ਤੇ 25 ਸਤੰਬਰ ਨੂੰ ਅਸੀਂ ਪੰਜਾਬ ਬੰਦ ਦੀ ਕਾਲ ਦਿੱਤੀ। ਹਾਂ, ਜਿਹਨੂੰ ਬਹੁਤ ਸਫਲਤਾ ਮਿਲੀ। ਬਿਲਕੁਲ। ਸਾਰੇ ਸਾਰੇ ਪੰਜਾਬ 'ਚੋਂ ਹਰ ਵਰਗ ਨੇ ਪੂਰਾ ਸਹਿਯੋਗ ਦਿੱਤਾ ਜੀ। ਤੇ ਉਸ ਸਫਲਤਾ ਤੋਂ ਬਾਅਦ, ਉਸ ਸਹਿਯੋਗ ਤੋਂ ਬਾਅਦ ਅਸੀਂ 1 ਅਕਤੂਬਰ ਤੋਂ ਪੱਕੇ ਮੋਰਚੇ ਆਰੰਭ ਤੇ ਰੇਲਵੇ ਲਾਈਨਾਂ ਤੇ, ਬਿਲਕੁਲ। ਬੀਜੇਪੀ ਦੇ ਜਿਹੜੇ ਆਗੂ ਉਹਨਾਂ ਦੇ ਘਰਾਂ ਅੱਗੇ, ਹਾਂ ਟੋਲ ਪਲਾਜ਼ਿਆਂ ਦੇ ਉੱਪਰ, ਜੀ। ਜਿਹੜੇ ਮਾਲ ਆ ਰਿਲਾਇੰਸ ਪੰਪ ਆ, ਹਾਂ, ਉਹਨਾਂ ਦੇ ਉੱਪਰ ਲਗਾਤਾਰ ਧਰਨੇ ਆਰੰਭ ਦਿੱਤੇ। ਜੀ। ਉਸ ਲਗਾਤਾਰਤਾ ਤੋਂ ਬਾਅਦ ਅਸੀਂ ਮਤਲਬ ਇਹ ਬਣਾਇਆ ਕਿ ਇਸ ਅੰਦੋਲਨ ਨੂੰ ਦੇਸ਼ ਪੱਧਰਾ ਬਣਾਇਆ ਜਾਵੇ। ਹਾਂਜੀ। ਤੇ ਦੇਸ਼ ਪੱਧਰਾ ਬਣਾਉਣ ਲਈ ਅਸੀਂ ਹਰਿਆਣੇ ਦੀਆਂ, ਯੂਪੀ ਦੀਆਂ, ਦੇਸ਼ ਦੀਆਂ ਬਾਕੀ ਜਥੇਬੰਦੀਆਂ, ਉਹਨਾਂ ਨਾਲ ਰਾਬਤਾ ਆਰੰਭਿਆ। ਤੇ ਰਾਬਤਾ ਆਰੰਭ ਕੇ ਅਸੀਂ 26-27 ਨਵੰਬਰ
ਜੀ ਦੀ ਕਾਲ ਦੇ ਦਿੱਤੀ ਦਿੱਲੀ ਦੀ। ਜੀ ਤੇ ਅਸੀਂ ਫੈਸਲਾ ਇਹ ਕਰ ਲਿਆ ਕਿ ਜਿਹੜਾ ਇਹ ਅੰਦੋਲਨ ਦਿੱਲੀ 'ਚ ਆਰੰਭ ਹੋਣ ਜਾ ਰਿਹਾ, ਜੀ ਇਸ ਅੰਦੋਲਨ ਨੂੰ ਅਸੀਂ ਜਿੱਤ ਕੇ ਮੁੜਾਂਗੇ। ਜੀ ਇਹਦੇ ਲਈ ਵੇਖੋ ਸਾਡਾ ਪੰਜਾਬੀਆਂ ਦਾ ਸੁਭਾਅ ਆ ਇੱਕ, ਜੀ ਅਸੀਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਜੀ ਤੇ ਅਸੀਂ ਫੈਸਲਾ ਕਰਕੇ ਤੁਰਦੇ ਹਾਂ ਕਿ ਇਸ ਕੰਮ ਨੂੰ ਸਿਰੇ ਚੜਾ ਕੇ ਸਿਰੇ ਲਾਇਆ ਜਾਵੇ। ਜੀ ਇਸ ਕਰਕੇ ਗੁਰੂ ਅਰਜਨ ਦੇਵ ਜੀ ਦੀ ਨਗਰੀ 'ਚ ਸਨ 2000 'ਚ 28 ਸਤੰਬਰ ਨੂੰ ਜੀ ਸਾਡੀ ਜਥੇਬੰਦੀ ਕਿਸਾਨ ਸੰਘਰਸ਼ ਕਮੇਟੀ ਪੰਜਾਬ ਦਾ ਜਨਮ ਹੋਇਆ ਸੀ। ਜੀ ਤੇ ਜਿੱਦਣ ਅਸੀਂ ਤੁਰੇ ਪਹਿਲੇ ਦਿਨ, ਉਦਣ ਵੀ ਅਸੀਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਚੱਲੇ ਸਾਂ ਜੀ ਕਿ ਅਸੀਂ ਅੱਜ ਕਿਸਾਨਾਂ ਦੀ ਬਾਂਹ ਫੜਨ ਲੱਗੇ, ਜੀ ਸਾਨੂੰ ਬਲ ਬਖਸ਼ਿਓ, ਬੁੱਧੀ ਬਖਸ਼ਿਓ, ਜੀ ਤਾਂ ਕਿ ਅਸੀਂ ਕਿਸਾਨਾਂ ਨਾਲ ਨਿਭ ਸਕੀਏ। ਤੇ ਅੱਜ ਮਤਲਬ ਇਸ ਸਾਡੀ ਜਥੇਬੰਦੀ ਨੂੰ 21 ਵਰੇ ਹੋ ਚੱਲੇ ਆ। ਜੀ ਅਸੀਂ ਮਤਲਬ ਜਿਹੜੀ ਗੱਲ ਸਨ 2000 'ਚ ਕਹੀ ਸੀ, ਅੱਜ ਵੀ ਉਸੇ ਗੱਲ ਤੇ ਖੜੇ ਆ, ਪਹਿਰਾ ਦੇ ਰਹੇ ਆ। ਜੀ ਜੀ ਤੇ ਅਸੀਂ ਕਿਉਂਕਿ ਸਾਡਾ ਜਿਹੜਾ ਵਿਸ਼ਵਾਸ ਹੈ, ਸਾਡਾ ਯਕੀਨ ਹੈ, ਸਾਡਾ ਅਕੀਦਾ ਸਾਡੇ ਗੁਰੂ ਅਰਜਨ ਦੇਵ ਜੀ ਦੇ ਵਿੱਚ, ਕਿਉਂਕਿ ਉਹ ਸ਼ਹੀਦਾਂ ਦੇ ਸਰਤਾਜ ਨੇ, ਜੀ ਜੀ ਉਹਨਾਂ ਨੇ ਉਸ ਅਕਾਲ ਪੁਰਖ ਦਾ ਭਾਣਾ ਮੰਨ ਕੇ ਉਹਨਾਂ ਨੇ ਸ਼ਹਾਦਤ ਦਿੱਤੀ ਆ। ਜੀ ਤੇ ਅਸੀਂ ਜਿਹੜੀ ਵੀ ਅਰਦਾਸ ਬੇਨਤੀ ਉਹਨਾਂ ਦੇ ਚਰਨਾਂ 'ਚ ਕਰਦੇ ਆ, ਉਹ ਸਾਡੀ ਪੂਰੀ ਹੁੰਦੀ ਆ। ਜੀ ਇਸ ਕਰਕੇ ਜਦੋਂ ਇਸ ਮੋਰਚੇ ਨੂੰ ਤੁਰੇ ਆ ਜੀ ਤੇ ਉਹਨਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ ਤੁਰੇ ਆ ਜੀ ਕਿ ਸਾਡੇ ਇਸ ਮੋਰਚੇ ਨੂੰ ਜਿੱਤ ਬਖਸ਼ਿਓ, ਸਾਨੂੰ ਲੜਨ ਦੀ ਤਾਕਤ ਬਖਸ਼ਿਓ, ਜੀ ਬਲ ਬੁੱਧੀ ਬਖਸ਼ਿਓ, ਤੇ ਅਸੀਂ ਇਹ ਮੋਰਚਾ ਜਿੱਤ ਕੇ ਵਾਪਸ ਆਈਏ। ਜੀ ਇਸ ਕਰਕੇ ਮੈਂ 26 ਨਵੰਬਰ ਤੋਂ ਅੱਜ 26 ਜੂਨ ਹੋ ਚੱਲੀ ਆ, ਜੀ 7 ਮਹੀਨੇ ਇਸ ਅੰਦੋਲਨ ਦੇ ਪੂਰੇ ਹੋ ਗਏ ਆ। ਜੀ ਤੇ ਅਸੀਂ ਮਤਲਬ ਡਟ ਕੇ ਉਹ ਸਿੰਘੂ ਬਾਰਡਰ ਤੇ ਆਪਣੇ ਕੈਂਪਾਂ ਦੇ ਵਿੱਚ ਬੈਠੇ ਆ। ਤੁਸੀਂ ਘਰ ਨਹੀਂ ਗਏ ਆਪਣੇ? ਮੈਂ ਘਰ ਨਹੀਂ ਗਿਆ ਜੀ, ਜੀ ਤੇ ਨਾ ਜਾਣਾ ਵਾ ਜਿੰਨਾ ਚਿਰ ਇਸ ਮੋਰਚੇ ਨੂੰ ਜਿੱਤ ਨਹੀਂ ਲੈਂਦੇ। ਸਾਡੇ ਕੋਲ ਦੋ ਹੀ ਰਾਹ ਵਾ, ਜਾਂ ਜਿੱਤਾਂਗੇ ਤੇ ਜਾਂ ਫਿਰ ਹਾਰਾਂਗੇ ਤੇ ਜੇਲੇ ਜਾਵਾਂਗੇ। ਇਸ ਕਰਕੇ ਅਸੀਂ ਸਰਕਾਰ ਦਾ ਹੁਣ ਤੱਕ 7 ਮਹੀਨਿਆਂ 'ਚ ਅਸੀਂ ਸਰਕਾਰ ਦੀ ਹਰ ਚਾਲ ਫੇਲ ਕੀਤੀ ਆ। ਜੀ ਅਸੀਂ ਉਹਦੀ ਚਾਲ ਫੇਲ ਕਰਕੇ ਅੱਜ ਸਰਕਾਰ ਘਿਰੀ ਆ। ਜੀ ਤੁਸੀਂ ਵੇਖੋ, ਪਰ ਪੰਨੂ ਸਾਹਿਬ, ਮੈਂ ਥੋੜਾ ਜਿਹਾ ਇਹ ਗੱਲ ਬਿਲਕੁਲ ਤੁਸੀਂ ਦਰੁਸਤ ਕਰ ਰਹੇ ਹੋ ਕਿ ਸਰਕਾਰ ਹੁਣ ਘਿਰੀ ਹੋਈ ਆ ਬੁਰੀ ਤਰ੍ਹਾਂ। ਪੱਛਮੀ ਬੰਗਾਲ ਦੀ ਹਾਰ ਦਾ ਜਿਹੜਾ ਸਰਕਾਰ ਨੂੰ ਝੱਲਣਾ ਪਿਆ, ਝਟਕਾ ਲੱਗਾ, ਉਹ ਵੀ ਉਹਦੇ 'ਚ ਵੱਡਾ ਪਹਿਲੂ ਕਿਸਾਨ ਅੰਦੋਲਨ ਵੀ ਰਿਹਾ ਹੈ। ਮੈਂ ਜਿਹੜਾ ਤੁਸੀਂ ਇਹ ਇੱਕ ਨਿਰਣਾ ਲਿਆ ਹੈ ਕਿ ਤੁਸੀਂ ਕਿਸਾਨ ਅੰਦੋਲਨ ਨੂੰ ਜਿੱਤੇ ਬਿਨਾਂ ਘਰ ਨਹੀਂ ਜਾਓਗੇ, ਇਹਦੇ ਬਾਰੇ ਫਿਰ ਤੁਹਾਡੇ ਪਰਿਵਾਰ ਦਾ ਕੀ ਪ੍ਰਤੀਕਰਮ ਹੈ? ਸਹਿਯੋਗ ਮਿਲ ਰਿਹਾ ਪਰਿਵਾਰ ਵੱਲੋਂ? ਵੇਖੋ ਜੀ, ਕੌਣ ਹੈ ਪਰਿਵਾਰ 'ਚ? ਮੇਰੇ ਪਰਿਵਾਰ 'ਚ ਮੇਰੀ ਵਾਈਫ ਤੇ ਮੇਰਾ ਬੇਟਾ। ਜੀ ਮੇਰੀ ਵਾਈਫ 24 ਘੰਟੇ ਦੀ ਭੁੱਖ ਹੜਤਾਲ ਕਰਕੇ ਜਾ ਚੁੱਕੀ ਹੈ ਇਸ ਅੰਦੋਲਨ 'ਚ। ਜੀ ਜਦੋਂ ਮੈਂ ਇਹ ਚੋਣਾਂ ਦੇ ਵਿੱਚ ਮੈਂ ਤਾਮਿਲਨਾਡੂ ਮੇਰੀ ਡਿਊਟੀ ਸੀ, ਕੰਨਿਆ ਕੁਮਾਰੀ, ਜੀ ਮੈਂ ਉੱਥੇ ਗਿਆ, ਉੱਥੇ ਰੈਲੀਆਂ ਨੂੰ ਐਡਰੈਸ ਕੀਤਾ ਜੀ ਕਿਉਂਕਿ ਉਹਨਾਂ ਦੀ ਮੰਗ ਸੀ ਕਿ ਪੰਜਾਬੀ ਆਵੇ ਜੀ ਜਿਹੜਾ ਸਾਬਤ ਸੂਰਤ ਸਿੱਖ ਹੋਵੇ। ਜੀ ਤੇ ਮੈਂ ਤੇ ਮੇਰੀ ਵਾਈਫ ਗਏ ਆ। ਜੀ ਅਸੀਂ ਉੱਥੇ ਜਦੋਂ ਗਏ ਆ ਤੇ ਸਾਨੂੰ ਲੋਕਾਂ ਨੇ, ਜਦੋਂ ਅਸੀਂ ਲੋਕਾਂ ਨਾਲ ਗੱਲ ਕੀਤੀ ਆ, ਜੀ ਮਤਲਬ ਇੰਨਾ ਵੱਡਾ ਹੰਗਾਰਾ ਮਿਲਿਆ ਉੱਥੋਂ, ਜੀ ਲੋਕਾਂ ਨੇ ਹੱਥਾਂ 'ਤੇ ਚੁੱਕਿਆ ਸਾਨੂੰ ਕਿ ਤੁਸੀਂ ਅੱਜ ਮਤਲਬ ਪੰਜਾਬੀ ਜਿਹੜੇ ਆ ਉਹ ਅੱਜ ਇਕੱਲੇ ਪੰਜਾਬ ਦੇ ਨਹੀਂ, ਤੁਸੀਂ ਦੇਸ਼ ਦੀ ਪੱਗ ਜੇ, ਜੀ ਤੁਸੀਂ ਸਾਡਾ ਮਤਲਬ ਸਨਮਾਨ ਜੇ ਦੇਸ਼ ਦਾ। ਜੀ ਤੇ ਇਸ ਵੇਲੇ ਅਸੀਂ ਵੇਖਦੇ ਆ ਵੀ ਮਤਲਬ ਜਦੋਂ ਵੀ ਕਿਤੇ ਦੇਸ਼ ਤੇ ਵਿਪਤਾ ਬਣੀ ਆ ਜੀ ਤੇ ਪੰਜਾਬੀ ਸਭ ਤੋਂ ਅਗਲੇ ਪਾਸੇ ਆਏ ਆ। ਜੀ ਮੈਂ ਤੁਹਾਡੇ ਪਿੱਛੇ, ਅਗਰ ਤੁਸੀਂ 7 ਮਹੀਨਿਆਂ ਤੋਂ ਨਹੀਂ ਗਏ, ਤੁਹਾਡਾ ਬੇਟਾ ਘਰ ਦਾ ਹੈਗਾ, ਤੁਹਾਡੇ ਪਤਨੀ ਘਰ ਨੇ, ਤੁਹਾਡੇ ਕੋਲ ਕਿੰਨੀ ਪੈਲੀ ਹੈ ਤੇ ਖੇਤੀ ਕੌਣ ਸੰਭਾਲ ਰਿਹਾ, ਤੇ ਕਿਸ ਤਰ੍ਹਾਂ ਰਹੀ ਫਿਰ ਹਾੜੀ ਕਿੱਦਾਂ ਦੀ ਰਹੀ ਤੁਹਾਡੀ, ਤੇ ਸੌਣੀ ਹੁਣ ਬੀਜੀ ਜਾ ਚੁੱਕੀ ਹੈ, ਲਾਈ ਜਾ ਚੁੱਕੀ ਹੈ? ਵੇਖੋ ਜੀ, ਝੋਨਾ ਲਾਇਆ ਜਾ ਚੁੱਕਾ? ਮਤਲਬ ਬੇਟਾ ਮੇਰਾ PhD ਕਰ ਰਿਹਾ ਜੀ ਆਈਜ਼ਰ ਮੁਹਾਲੀ ਦੇ ਵਿੱਚੋਂ। ਜੀ ਵਾਈਫ ਮੇਰੀ ਘਰ ਚਲਾਉਂਦੀ ਆ। ਜੀ ਉਹਦੇ 'ਚ ਪਹਿਲਾਂ ਸਾਡਾ ਵੱਡਾ ਕੰਮ ਸੀ ਡੇਅਰੀ ਦਾ, ਜੀ ਉਹ ਬੇਟੇ ਦੇ ਇੱਧਰ ਆਉਣ ਕਰਕੇ ਜੀ ਉਹ ਸਾਨੂੰ ਕੰਮ ਛੱਡਣਾ ਪਿਆ। ਜੀ ਪਹਿਲੀ ਠੇਕੇ ਦਿੱਤੀ ਆ। ਜੀ ਵਾਈਫ ਮੇਰੀ ਆਪਣਾ ਘਰ ਦਾ ਬਾਕੀ ਕੰਮ ਚਲਾਉਂਦੀ ਆ ਜੀ ਤੇ ਇਸ ਅੰਦੋਲਨ ਨੂੰ ਸਹਿਯੋਗ ਕਰਦੀ ਆ। ਜੀ 8 ਮਾਰਚ ਨੂੰ ਜਦੋਂ ਮਤਲਬ ਵੂਮਨ ਡੇ ਸੀ, ਹਾਂਜੀ ਉਦੋਂ ਬਹੁਤ ਵੱਡਾ ਜਥਾ ਔਰਤਾਂ ਦਾ ਲੈ ਕੇ ਅੰਦੋਲਨ ਦੇ ਵਿੱਚ ਆਈ ਆ। ਓਕੇ। ਹੁਣ ਵੀ ਮਤਲਬ ਲਗਾਤਾਰ ਇਸ ਅੰਦੋਲਨ ਨੂੰ ਮਤਲਬ ਇਸ ਅੰਦੋਲਨ ਦੇ ਵਿੱਚ ਲਗਾਤਾਰ ਹਿੱਸਾ ਪਾ ਰਹੀ ਆ। ਜੀ ਪੰਨੂ ਸਾਹਿਬ, ਤੁਹਾਡੀ ਕੁਆਲੀਫਿਕੇਸ਼ਨ ਕੀ ਹੈ? ਜਿੱਦਾਂ ਤੁਸੀਂ ਦੱਸਿਆ ਕਿ ਬੇਟਾ ਤੁਹਾਡਾ PhD ਕਰ ਰਿਹਾ ਤੇ ਵਾਈਫ ਵੀ ਤੁਹਾਡੇ ਗੱਲਾਂ ਤੋਂ ਲੱਗ ਰਿਹਾ ਕਿ ਅਵੇਅਰ ਨੇ, ਉਹ ਘਰ ਨੂੰ ਮੈਨੇਜ ਕਰ ਰਹੇ ਨੇ। ਵੇਖੋ ਜੀ, ਮੈਂ ਹਾਇਰ ਸੈਕੰਡਰੀ ਕੀਤੀ ਸੀ ਜੀ ਤਰਨਤਾਰਨ ਤੋਂ। ਜੀ ਉਸ ਤੋਂ ਬਾਅਦ ਮੈਂ ਚਲੇ ਗਿਆ ਪ੍ਰੀ ਇੰਜੀਨੀਅਰਿੰਗ ਦੇ ਵਿੱਚ ਜੀ ਖਾਲਸਾ ਕਾਲਜ। ਜੀ ਉੱਥੋਂ ਦੇ ਹਾਲਾਤ ਉਦੋਂ ਕੋਈ ਠੀਕ ਨਹੀਂ ਸੀ। ਕਿਹੜੇ ਸਾਲ ਦੀ ਗੱਲ ਜੀ? ਇਹ ਹੈਗੀ ਜੀ 1983-84 ਦੀ। ਉਦੋਂ ਤਾਂ ਹਾਲਾਤ ਬਹੁਤ ਖਰਾਬ ਸੀ ਪੰਜਾਬ ਦੇ। ਤੇ ਮਤਲਬ ਵੇਖੋ, ਅਸੀਂ ਸ਼ੁਰੂ ਤੋਂ ਸਾਡਾ ਜਿਹੜਾ ਰਿਹਾ
ਅਸੀਂ ਮਤਲਬ ਸੱਚ ਤੇ ਖੜੇ ਹਾਂ, ਜੀ ਧੱਕੇ ਦੇ ਖਿਲਾਫ ਲੜੇ ਹਾਂ। ਜੀ ਉੱਥੇ ਵੀ ਫਿਰ ਹਾਲਾਤ ਇੱਦਾਂ ਦੇ ਬਣ ਗਏ ਕਿ ਮੈਨੂੰ ਪੜ੍ਹਾਈ ਛੱਡ ਕੇ ਵਾਪਸ ਆਉਣਾ ਪੈ ਗਿਆ ਪਿੰਡ। ਜੀ ਜੀ ਮਨੂ ਸਾਹਿਬ, ਤੁਸੀਂ 7 ਮਹੀਨਿਆਂ ਤੋਂ ਤੁਸੀਂ ਉਹ ਵਿਅਕਤੀ ਹੋ ਜਿਹੜੇ 7 ਮਹੀਨਿਆਂ ਦੇ ਬਿਨਾਂ ਅੱਖ ਝਪਕੇ ਗਵਾਹ ਹੋ ਤੁਸੀਂ ਅੰਦੋਲਨ ਦੇ। ਕਿਸ ਤਰ੍ਹਾਂ ਦੀ ਸਥਿਤੀ ਤੁਸੀਂ ਦੇਖ ਰਹੇ ਹੋ? ਹਨੇਰੀ, ਝੱਖੜ, ਸਰਦੀ, ਤੂਫਾਨ ਸਾਰਾ ਕੁਝ ਉੱਥੇ ਦੇਖਿਆ ਗਿਆ ਹੈ ਤੇ ਬੜੀਆਂ ਔਕੜਾਂ ਆਈਆਂ ਨੇ। ਸਥਾਨਕ ਲੋਕਾਂ ਨੂੰ ਵੀ ਉਕਸਾਇਆ ਗਿਆ ਹੈ ਸਰਕਾਰ ਵੱਲੋਂ, ਤੁਹਾਡੇ ਦੇ ਇੱਟਾਂ ਪੱਥਰ ਵਰੇ ਨੇ ਉੱਥੇ। ਤਾਂ ਕਿਸ ਤਰ੍ਹਾਂ ਇਹ ਸਾਰਾ ਸਮਾਂ ਲੰਘਿਆ? ਵੇਖੋ ਜੀ, ਮੈਂ ਜਦੋਂ ਪਹਿਲੋਂ ਗੱਲ ਕੀਤੀ ਆ ਜੀ ਵੀ ਸਰਕਾਰ ਨੇ ਇਸ ਅੰਦੋਲਨ ਨੂੰ ਫੇਲ ਕਰਨ ਵਾਸਤੇ, ਬਦਨਾਮ ਕਰਨ ਵਾਸਤੇ ਜੀ ਹਰ ਚਾਲ ਚੱਲੀ ਆ ਜੀ, ਪਰ ਸਾਡੀਆਂ ਜਥੇਬੰਦੀਆਂ ਨੇ ਅਸੀਂ ਉਹਦੀ ਹਰ ਚਾਲ ਸਮਝ ਕੇ ਉਹਦਾ ਜਵਾਬ ਦਿੱਤਾ। ਜੀ ਹਾਂ, ਠੰਡ ਕੱਟੀ ਅਸੀਂ, ਕਿਉਂਕਿ ਸਾਡੇ ਲਈ ਉਹ ਸਮਾਂ ਔਖਾ ਸੀ, ਸਾਡੇ ਕੋਲ ਪ੍ਰਬੰਧ ਘੱਟ ਸੀ। ਬਹੁਤ ਜਾਨਾਂ ਵੀ ਗਈਆਂ ਸਾਡੇ, 500 ਤੋਂ ਉੱਪਰ ਜਾਨਾਂ ਜਾ ਚੁੱਕੀਆਂ ਜੀ ਬਿਲਕੁਲ। ਜ਼ਿਆਦੀਆਂ ਜਿਹੜੀਆਂ ਜਾਨਾਂ ਗਈਆਂ ਕਿਸਾਨਾਂ ਦੀਆਂ ਸਰਦੀਆਂ 'ਚ ਗਈਆਂ, ਸਰਦੀਆਂ 'ਚ ਗਈਆਂ ਨੇ, ਹਾਰਟ ਫੇਲ ਕਰਕੇ। ਹਾਂ, ਹਾਰਟ ਫੇਲ ਕਰ, ਕਿਉਂਕਿ ਸਾਡੇ ਕੋਲ ਸਰਦੀ ਚੱਲਣ ਦਾ ਪ੍ਰਬੰਧ ਨਹੀਂ ਸੀ ਜੀ, ਗਰਮ ਪਾਣੀ ਦੀ ਘਾਟ ਸੀ ਜੀ। ਤੇ ਜਿਵੇਂ ਜਿਵੇਂ ਚਲੋ ਸਰਦੀ ਲੰਘੀ, ਅਸੀਂ ਸਰਦੀਆਂ ਦੇ ਵਿੱਚ ਵੀ ਸਾਡੇ ਗੁਰੂ ਸਾਹਿਬ ਦੇ ਸਾਹਿਬਜ਼ਾਦਿਆਂ ਦੇ ਦਿਨ ਉੱਥੇ ਮਨਾਏ। ਜੀ, ਅਸੀਂ ਗੁਰੂ ਸਾਹਿਬ ਦਾ ਦਿਨ ਉੱਥੇ ਮਨਾਇਆ। ਜੀ, ਮਤਲਬ ਅਸੀਂ ਹਰ ਉਹ ਦਿਨ ਜਿਹੜਾ ਸਾਡੇ ਇਤਿਹਾਸ ਨਾਲ ਸੰਬੰਧਿਤ ਆ, ਅਸੀਂ ਉੱਥੇ ਇਕੱਠ ਕਰਕੇ ਉਹ ਦਿਨ ਮਨਾਇਆ ਜਿਹਦੇ ਨਾਲ ਲੋਕਾਂ ਦਾ ਮਨੋਬਲ ਵਧਿਆ ਵਾ। ਜੀ। ਤੇ ਮਤਲਬ ਹੌਲੀ ਹੌਲੀ ਮਤਲਬ ਇਹ ਵੀ ਅਚੰਭੇ ਵਾਲੀ ਗੱਲ ਆ ਵੀ ਸਾਡੇ ਕਿਸਾਨਾਂ ਨੇ ਹਾਲਾਤ ਦੇ ਮੁਤਾਬਕ ਢਾਲ ਲਿਆ ਆਪਣੇ ਆਪ ਨੂੰ। ਜੀ। ਮਤਲਬ ਇਹ ਨਹੀਂ ਵੀ ਅਸੀਂ ਹਦਾਇਤਾਂ ਕੀਤੀਆਂ ਤੇ ਫਿਰ ਉਹ ਤੁਰੇ ਆ। ਜੀ। ਉਹਨਾਂ ਨੇ ਆਪ ਯੋਜਨਾ ਬਣਾ ਲਈ। ਜੀ। ਜਿੱਦਾਂ ਪਿੰਡਾਂ ਦੇ ਵਿੱਚ ਸਾਡੀ ਜਥੇਬੰਦੀ ਨੇ ਪਿੰਡਾਂ 'ਚ ਵੰਡ ਕਰ ਲਈ। ਜੀ। ਇੱਕ ਜਥਾ ਤੋਰਿਆ, ਉਹਦੇ 10 ਬੰਦੇ ਆ ਗਏ ਇੱਥੇ, 10 ਦਿਨ ਰਹੇ। ਜੀ। ਦੂਜਾ ਜਥਾ ਆਇਆ, ਉਹਨੇ ਉਹ 10 ਬੰਦਿਆਂ ਨੂੰ ਛੁੱਟੀ ਦੇ ਦਿੱਤੀ। ਮਤਲਬ ਇੱਦਾਂ ਇੱਕ ਰੂਟੀਨ ਚਲਾਤੀ ਆ ਜੀ, ਜਿਹਦੇ ਨਾਲ ਪਿੱਛੇ ਆਪਣਾ ਕੰਮ ਵੀ ਕਰ ਰਹੇ ਹੋ ਤੇ ਅੰਦੋਲਨ ਨੂੰ ਲੜ ਰਹੇ ਹੋ। ਜੀ। ਮਤਲਬ ਇਹ ਵੇਖਣ ਵਾਲੀ ਗੱਲ ਆ ਕਿ ਪੰਜਾਬ ਦੇ ਕਿਸਾਨ ਨੇ, ਪੰਜਾਬ ਦੇ ਕਿਸਾਨਾਂ ਦੇ ਪਰਿਵਾਰਾਂ ਨੇ, ਜੀ, ਮਤਲਬ ਪਰਿਵਾਰ ਸਹਿਯੋਗ ਕਰ ਰਹੇ ਆ। ਬਿਲਕੁਲ। ਤੁਸੀਂ ਪਰਿਵਾਰਾਂ ਦੇ ਸਹਿਯੋਗ ਦੀ ਗੱਲ ਕੀਤੀ ਹੈ। ਤੁਸੀਂ ਜਿਵੇਂ ਤੁਹਾਡੀ ਮਿਸਾਲ ਮੈਂ ਦਿੱਤੀ ਹੈ ਕਿ ਤੁਸੀਂ 26 ਨਵੰਬਰ 2020 ਤੋਂ ਉਸ ਦਿਨ ਤੋਂ ਸਹੁੰ ਖਾ ਕੇ ਘਰੋਂ ਨਿਕਲੇ, ਗੁਰੂ ਅਰਜਨ ਪਾਤਸ਼ਾਹ ਦੀ ਜਿਹੜੇ ਅਸਥਾਨ ਤੋਂ ਤੁਸੀਂ ਅਰਦਾਸ ਕਰਕੇ ਨਿਕਲੇ ਹੋ ਕਿ ਤੁਸੀਂ ਵਾਪਸ ਇਹ ਅੰਦੋਲਨ ਜਿੱਤੇ ਬਿਨਾ ਨਹੀਂ ਵੜੋਗੇ ਤੇ ਤੁਸੀਂ ਆਪਣੇ ਬਚਨਾਂ ਤੇ ਕਾਇਮ ਹੋ ਕਿ ਅੱਜ 7 ਮਹੀਨੇ ਹੋ ਗਏ ਨੇ ਤੇ ਅੱਜ ਤੱਕ ਤੁਸੀਂ ਆਪਣੇ ਘਰ ਨਹੀਂ ਗਏ। ਹੋਰ ਵੀ ਕਿੰਨੇ ਕੁ ਜਿਹੜੇ ਨੇ ਵਿਅਕਤੀ ਨੇ ਉੱਥੇ ਜਿਹੜੇ ਇੱਦਾਂ ਬੈਠੇ ਨੇ ਜਿਹੜੇ 7 ਮਹੀਨੇ ਤੋਂ ਇੱਕ ਵਾਰ ਵੀ ਘਰ ਨਹੀਂ ਗਏ। ਵੈਸੇ ਕਿਸਾਨ ਅੰਦੋਲਨ ਦੀਆਂ ਗੱਲਾਂ ਬਹੁਤ ਵੱਡੀਆਂ ਨੇ ਤੇ ਬਹੁਤ ਸਾਰੀਆਂ ਨੇ, ਪਰ ਮੇਰਾ ਜਿਹੜਾ ਜ਼ਿਆਦਾ ਮੈਂ ਕੇਂਦਰਿਤ ਇਸ ਗੱਲ ਤੇ ਆ ਕਿ ਉਹ ਵਿਅਕਤੀ ਕਿਹੜੇ ਨੇ ਜਿਹੜੇ 7 ਮਹੀਨਿਆਂ ਤੋਂ ਲਗਾਤਾਰ ਹੀ ਬੈਠੇ ਨੇ, ਇੱਕ ਵਾਰ ਵੀ ਉਹ ਘਰ ਨਹੀਂ ਗਏ ਆਪਣੇ। ਦੇਖੋ ਜੀ, ਮੇਰੇ ਨਾਲ 2 ਕਿਸਾਨ ਆ ਜੀ। ਇੱਕ ਕਰਤਾਰ ਸਿੰਘ ਆਨੰਦਪੁਰ ਦਾ, ਤਰਨਤਾਰਨ ਜ਼ਿਲ੍ਹੇ ਦਾ, ਇੱਕ ਸੰਤੋਖ ਸਿੰਘ ਘੜਕੇ ਦਾ, ਇਹ ਵੀ ਤਰਨਤਾਰਨ ਜ਼ਿਲ੍ਹੇ ਦਾ। ਸੰਤੋਖ ਸਿੰਘ ਪਿੰਡ ਕਿਹੜਾ? ਮੇਰਾ ਚੌਧਰੀ ਵਾਲਾ ਨਸ਼ਹਿਰਾ ਪਨੂਆ। ਚੌਧਰੀ ਵਾਲਾ, ਜੀ ਠੀਕ ਹੈ। ਇਹ 2 ਕਿਸਾਨ ਆ ਜਿਹੜੇ ਲਗਾਤਾਰ ਮੇਰੇ ਨਾਲ ਬੈਠੇ ਆ। ਜੀ। ਮਤਲਬ ਜਿਹੜੇ ਕਹਿ ਰਹੇ ਆ ਮੈਨੂੰ ਵੀ ਭਾਈ ਜਿੱਦਣ ਤੂੰ ਜਾਵੇਂਗਾ ਉਦੋਂ ਅਸੀਂ ਜਾਵਾਂਗੇ, ਜੀ ਅਸੀਂ ਜਾਣਾ ਨਹੀਂ। ਇਸ ਤਰ੍ਹਾਂ ਹੋਰ ਵੀ ਕਿਸਾਨ ਹੋਣਗੇ ਜਿਹੜੇ ਲਗਾਤਾਰ ਮਤਲਬ ਇਸ ਗੱਲ ਤੇ ਵਜਿੱਦ ਆ ਵੀ ਮੋਰਚਾ ਜਿੱਤੇ ਬਿਨਾਂ ਮੁੜਨਾ ਨਹੀਂ ਅਸੀਂ। ਜੀ। ਹੁਣ ਤੁਹਾਨੂੰ ਕੀ ਲੱਗਦਾ ਹੈ ਕਿ ਜਦੋਂ 7 ਮਹੀਨੇ ਦੀ ਆਪਾਂ ਗੱਲ ਕਰ ਰਹੇ ਹਾਂ, ਪੰਜਾਬ ਦੀਆਂ ਚੋਣਾਂ ਵੀ ਨੇੜੇ ਆ ਗਈਆਂ ਨੇ, ਤਾਂ ਹੁਣ ਕੋਈ ਰਣਨੀਤੀ ਦੇ ਵਿੱਚ ਕੋਈ ਤਬਦੀਲੀ ਲਿਆਂਦੀ ਜਾ ਰਹੀ ਹੈ? ਉਹਦੇ 'ਚ ਵੇਖੋ, ਸਾਡੀ ਜਿਹੜੀ ਚੋਣਾਂ ਅੱਗੇ ਆ ਰਹੀਆਂ, ਹਾਂਜੀ, ਅਸੀਂ ਆਪਣੀਆਂ 32 ਜਥੇਬੰਦੀਆਂ ਵੱਲੋਂ ਜੀ ਪੰਜਾਬ ਦੀਆਂ ਸਿਆਸੀ ਪਾਰਟੀਆਂ ਨੂੰ ਇੱਕ ਅਪੀਲ ਜਾਰੀ ਕੀਤੀ ਹੈ ਕਿ ਜਿੰਨਾ ਚਿਰ ਤੱਕ ਅੰਦੋਲਨ ਜਿੱਤਿਆ ਨਹੀਂ ਜਾਂਦਾ, ਜੀ, ਉਹਨਾਂ ਚਿਰ ਤੱਕ ਕੋਈ ਵੀ ਸਿਆਸੀ ਪਾਰਟੀ ਜੀ ਵੋਟਾਂ ਲੈਣ ਲਈ ਪਿੰਡਾਂ 'ਚ ਨਾ ਜਾਵੇ। ਜੀ, ਬਾਈਕਾਟ ਹੈ? ਨਹੀਂ, ਬਾਈਕਾਟ ਨਹੀਂ, ਪਿੰਡਾਂ 'ਚ ਨਾ ਜਾਵੇ ਦਾ ਮਤਲਬ ਤਾਂ ਬਾਈਕਾਟ ਹੋ ਗਿਆ। ਅਸੀਂ ਕਹਿ ਰਹੇ ਹਾਂ ਵੀ ਉਹ ਵੋਟਾਂ ਮੰਗਣ ਲਈ ਜਾਂ ਵੋਟਾਂ ਦੀ ਸਰਗਰਮੀ ਪਿੰਡਾਂ 'ਚ ਨਾ ਕਰਨ ਜਿੰਨਾ ਚਿਰ ਤੱਕ ਅੰਦੋਲਨ ਹੈ। ਕਿਉਂਕਿ ਅੰਦੋਲਨ ਦੀ ਗੱਲ ਕੀਤੀ ਜਾਵੇ, ਸਿਆਸਤ ਦੀ ਗੱਲ ਨਾ ਕੀਤੀ ਜਾਵੇ, ਅੰਦੋਲਨ ਦੀ ਗੱਲ ਕੀਤੀ ਜਾਵੇ। ਅੰਦੋਲਨ ਇੱਕ ਨੰਬਰ ਤੇ, ਪਿੰਡ ਆਉਣਾ ਜੀ ਸਦਕੇ ਆਓ ਭਾਈ, ਪਰ ਵੋਟਾਂ ਮੰਗਣ ਦੀ ਗੱਲ ਨਾ ਕਰਿਓ, ਅੰਦੋਲਨ ਦੀ ਗੱਲ ਕਰੋ। ਅੰਦੋਲਨ ਦੀ ਗੱਲ ਕਰੋ, ਕਿਉਂਕਿ ਸਾਡੇ ਲਈ ਅੰਦੋਲਨ ਇੱਕ ਨੰਬਰ ਤੇ ਆ ਜੀ, ਤੇ ਸਾਡੇ ਲਈ ਵੋਟਾਂ 2 ਨੰਬਰ ਤੇ ਆ। ਕਿਉਂਕਿ ਅੰਦੋਲਨ ਦੇ ਨਾਲ ਸਾਡੀ ਜ਼ਮੀਨ ਵੱਜੀ ਆ, ਇਸ ਅੰਦੋਲਨ ਦੇ ਨਾਲ ਸਾਡੀ ਜ਼ਿੰਦਗੀ ਵੱਜੀ ਆ ਜੀ। ਦੂਸਰੀ ਗੱਲ ਇਹ ਆ ਵੀ ਇਹ ਜਿਹੜੇ ਕਾਨੂੰਨ ਆ ਜੀ, ਇਹ ਕਾਨੂੰਨ ਕਿਸਾਨੀ ਤੇ ਵਾਰ ਤੇ ਕਰ ਹੀ ਰਹੇ ਆ, ਪਰ ਹਿੰਦੁਸਤਾਨ ਦੀ ਕੁੱਲ ਜਨਤਾ ਪ੍ਰਭਾਵਿਤ ਹੋਊ ਇਹਦੇ ਨਾਲ ਜੀ। ਵਪਾਰੀ ਪ੍ਰਭਾਵ ਹੈ, ਮੰਡੀ ਦਾ ਲਾਲਾ ਪ੍ਰਭਾਵਿਤ ਹੈ, ਵਪਾਰੀ ਵਰਗ ਪ੍ਰਭਾਵਿਤ ਹੈ, ਹਰ ਕੋਈ ਪ੍ਰਭਾਵਿਤ ਹੈ। ਦੇਖੋ, ਜਿਹੜਾ ਤੀਸਰਾ ਕਾਨੂੰਨ ਹੈ ਨਾ ਜੀ, ਜ਼ਰੂਰੀ ਸੋਧ ਵਸਤਾਂ ਵਾਲਾ ਜੀ, ਉਸ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਕਰੋੜਾਂ ਲੋਕ ਗਰੀਬ ਜੀ
ਜਿਹੜੇ ਜਨਤਕ ਵੰਡ ਪ੍ਰਣਾਲੀ ਰਾਹੀਂ ਰਾਸ਼ਨ ਪ੍ਰਾਪਤ ਕਰਦੇ ਆ ਡਿਪੂਆਂ ਤੋਂ ਜੀ, ਉਹਨਾਂ ਦਾ ਭੋਗ ਪੈ ਜਾਣਾ। ਬਿਲਕੁਲ। ਉਹ ਕਰੋੜਾਂ ਲੋਕ ਭੁੱਖ ਨਾ ਮਰ ਜਾਣੇ ਆ ਜੀ, ਕਿਉਂਕਿ ਮੋਦੀ ਨੂੰ ਲੋਕਾਂ ਦੀ ਕੋਈ ਚਿੰਤਾ ਨਹੀਂ। ਉਹ ਲੋਕ ਭਾਵੇਂ ਹਿੰਦੂ ਹੋਣ ਜੀ, ਕੋਈ ਹੋਣ ਜੀ, ਉਹਨੂੰ ਸਿਰਫ ਇੱਕ ਚਿੰਤਾ ਕਿ ਮੈਂ ਕਾਰਪੋਰੇਟ ਦੇ ਨਾਲ ਜਿਹੜਾ ਸਮਝੌਤਾ ਕੀਤਾ ਜੀ, ਮੈਂ ਉੱਤੇ ਟਾਲਿਆ, ਕਿਉਂਕਿ ਇਹਨੇ ਬਹੁਤ ਵੱਡੇ ਗੱਫੇ ਲਏ ਉਹਨਾਂ ਕੋਲ। ਜੀ ਬਿਲਕੁਲ ਪੰਨੂ ਸਾਹਿਬ, ਬਿਲਕੁਲ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਠੀਕ ਹੈ ਕਿ ਕਿਸਾਨ ਤਾਂ ਫਿਰ ਵੀ ਆਪਣੀ ਪੈਲੀ 'ਚ ਆਪਣੇ ਜੋਗਾ ਅੰਨ ਪੈਦਾ ਕਰਕੇ ਖਾ ਲਏਗਾ, ਪਰ ਜਿਹੜਾ ਇੱਕ ਸ਼ਹਿਰੀ ਜਾਂ ਨੀਮ ਸ਼ਹਿਰੀ ਵਰਗ ਬੈਠਾ ਹੈ ਜਿਹਦੇ ਕੋਲ ਆਪਣੀ ਜ਼ਮੀਨ ਨਹੀਂ ਹੈਗੀ ਜਾਂ ਜੋ ਖੇਤੀ ਨਹੀਂ ਕਰਦਾ, ਦੁਕਾਨਦਾਰ ਹੈ ਭਾਵੇਂ ਉਹ ਕੋਈ ਕਾਰੋਬਾਰੀ ਹੈ, ਭਾਵੇਂ ਉਹ ਕੋਈ ਨੌਕਰੀ ਪੇਸ਼ਾ ਹੈ, ਉਹ ਕਿੱਥੋਂ ਖਾਏਗਾ ਜਦੋਂ ਕਿਸਾਨ ਅੰਨ ਹੀ ਨਹੀਂ ਪੈਦਾ ਕਰ ਸਕਿਆ, ਜਾਂ ਕਿਸਾਨ ਦਾ ਅੰਨ ਜੇ ਪੈਦਾ ਹੋ ਗਿਆ ਤਾਂ ਉਹ ਕਾਰਪੋਰੇਟ ਲੈ ਜਾਣਗੇ ਚੱਕ ਕੇ, ਜੇ 95 ਰੁਪਏ ਕਿਲੋ ਕਣਕ ਵੇਚਣਗੇ ਉਹ। ਸਾਡੇ ਨਾ ਬਾਰਡਰ ਤੋਂ 3 ਵੀਲਰ ਵਾਲੇ ਆਉਂਦੇ ਆ ਸਵਾਰੀਆਂ ਲੈ ਕੇ ਜੀ, ਅਸੀਂ ਹੁਣ ਲੰਮਾ ਹੈਗਾ ਬਾਰਡਰ ਤੋਂ ਪਿੱਛੋਂ ਤੱਕ ਜੀ, ਕਿਸੇ ਵੇਲੇ ਸਾਨੂੰ ਮੀਟਿੰਗ ਲਈ ਜਾਂ ਲੋਕਾਂ ਨੂੰ ਮਿਲਣ ਲਈ ਜਾਣਾ ਪੈਂਦਾ, ਉਹਨਾਂ 'ਚ ਬਹਿ ਜਾਈਦਾ ਜੀ। ਉਹਨਾਂ ਨੂੰ ਪੁੱਛੀਦਾ ਵੀ ਜੇ ਇਹ ਅੰਦੋਲਨ ਸਫਲ ਨਾ ਹੋਇਆ ਤੁਹਾਡੇ ਤੇ ਕੀ ਅਸਰ ਪਊ ਜੀ। ਉਹ ਆਂਦੇ ਜੀ ਸਾਨੂੰ ਫਿਰ ਆਟਾ 100-125 ਰੁਪਏ ਕਿਲੋ ਮਿਲੂਗਾ। ਪਤਾ ਹੈ, ਆਮ ਬੰਦੇ ਨੂੰ ਵੀ ਸਮਝ ਹੈ ਇਸ ਗੱਲ ਦੀ। ਅੱਜ ਆਮ ਬੰਦੇ ਨੂੰ ਪਤਾ ਵੀ ਮੈਂ ਆਟਾ ਲੈ ਕੇ ਨਹੀਂ ਖਾ ਸਕਦਾ, ਚੌਲ ਲੈ ਕੇ ਨਹੀਂ ਖਾ ਸਕਦਾ ਜੀ। ਇਸੇ ਤਰ੍ਹਾਂ ਸਬਜ਼ੀਆਂ ਤੇ ਦਾਲਾਂ ਦਾ ਕੰਮ ਆ ਜੀ। ਤੁਸੀਂ ਵੇਖੋ ਸਰੋਂ ਦਾ ਤੇਲ ਕਿੱਥੇ ਚਲੇ ਗਿਆ। ਬਿਲਕੁਲ। ਸਰੋਂ ਦੀ ਕਿਸਾਨ ਨੂੰ ਤੇ ਸਰੋਂ ਦੀ ਕੀਮਤ ਇਹਨਾਂ ਉਹੋ ਹੀ ਪੇ ਕੀਤੀ ਹੈ ਨਾ, ਉਹ ਮਿਲਦੀ ਵੀ ਨਹੀਂ ਕਈ ਵਾਰ ਤਾਂ ਪੂਰੀ, ਮਤਲਬ ਐਮਐਸਪੀ ਤੋਂ ਘੱਟ ਵਿਕਦੀ ਹੈ, ਐਮਐਸਪੀ ਤੋਂ ਥੱਲੇ ਵਿਕਦੀ ਹੈ, ਮਤਲਬ ਕਣਕ ਝੋਨੇ ਤੋਂ ਬਿਨਾ ਬਾਕੀ ਸਾਰਾ ਐਮਐਸਪੀ ਤੋਂ ਥੱਲੇ ਵਿਕਦਾ। ਮੱਕੀ ਤੇ ਸੂਰਜਮੁਖੀ ਦਾ ਆਪਾਂ ਆਪ ਰੋਦੀ ਵੇਖੀ ਹੈ। ਬਿਲਕੁਲ। ਹੁਣ ਮਤਲਬ ਇਹ ਸਰੋਂ ਤੋਰੀਆ ਸਸਤੇ ਪਾ ਲਿਆ ਜੀ। ਇਹ ਕਿਉਂ ਭਲਾ ਜਾ ਰਿਹਾ? ਇਹ ਕਰਕੇ ਜਾ ਰਿਹਾ ਕਿ ਇਹਨਾਂ ਨੇ ਸਰੋਂ ਤੋਰੀਏ ਦਾ ਮਤਲਬ ਉਹਨੂੰ ਕਹਿ ਲਓ ਜ਼ਖੀਰਾ ਕਰ ਲਿਆ, ਉਹਨੂੰ ਇਹਨਾਂ ਨੇ ਗੋਦਾਮਾਂ 'ਚ ਕੈਦ ਕਰ ਲਿਆ। ਤੇ ਨਾਲੇ ਹੁਣ ਕਹਿੰਦਾ ਕਿ ਸਰੋਂ ਦਾ ਤੇਲ ਤੁਸੀਂ ਬਾਹਰ ਖੁੱਲਾ ਵੇਚ ਨਹੀਂ ਸਕਦੇ, ਇਹ ਤੁਸੀਂ ਬੋਤਲ ਬੰਦ ਵੇਚੋਗੇ ਮਾਰਕੇ ਵਾਲਾ। ਤੇ ਦੂਜੀ ਗੱਲ ਪੰਨੂ ਸਾਹਿਬ, ਮੈਂ ਇੱਕ ਜ਼ਰੂਰੀ ਹੈ, ਤੁਸੀਂ ਕਿਉਂਕਿ 7 ਮਹੀਨਿਆਂ ਤੋਂ ਲਗਾਤਾਰ ਉੱਥੇ ਬੈਠੇ ਹੀ ਹੋ, ਇਹਨਾਂ ਨੇ ਇੱਕ ਇਹ ਚਲਾਇਆ ਸੀ ਕਿ ਸਥਾਨਕ ਲੋਕ ਔਖੇ ਨੇ, ਉਹਨਾਂ ਦਾ ਜੀਣਾ ਮੁਸ਼ਕਿਲ ਹੋ ਗਿਆ ਅੰਦੋਲਨ ਕਰਕੇ, ਉਹਨਾਂ ਦੇ ਕੰਮ ਪ੍ਰਭਾਵਿਤ ਹੋ ਗਏ। ਦੂਜਾ ਇੱਕ ਪਹਿਲੂ ਇਹ ਆਇਆ ਸੀ ਕਿ ਉੱਥੋਂ ਦੇ ਬਸਤੀਆਂ ਦੇ ਬੱਚਿਆਂ ਨੂੰ ਸਾਡੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਜਾ ਰਹੇ ਨੇ ਅੰਦੋਲਨ 'ਚ, ਉਹ ਪੜ੍ਹਾਉਂਦੇ ਨੇ, ਉਹਨਾਂ ਨੂੰ ਕੰਮ ਮਿਲ ਗਏ, ਉਹਨਾਂ ਦੀਆਂ ਰੇਹੜੀਆਂ ਲੱਗਣ ਲੱਗ ਪਈਆਂ ਅੰਦੋਲਨ ਦੀਆਂ ਛੋਟੀ ਛੋਟੀ ਜ਼ਰੂਰਤਾਂ ਦੀ ਪੂਰਤੀ ਵਾਸਤੇ। ਕੀ ਸੱਚਾਈ ਕੀ ਹੈ? ਉੱਥੋਂ ਦੇ ਲੋਕਾਂ ਦੇ ਜੀਵਨ 'ਚ ਕੀ ਫਰਕ ਪਿਆ ਹੈ? ਜਿਹੜੇ ਜਿੱਥੇ ਜਿਹੜਾ ਹੈਗਾ ਕੈਂਪ ਲੱਗੇ ਹੋਏ ਨੇ, ਟੈਂਟ ਲੱਗੇ ਹੋਏ ਨੇ, ਜਿੱਥੇ ਅੰਦੋਲਨ ਹੋ ਰਿਹਾ ਹੈ। ਸਾਡੇ ਅੰਦੋਲਨ ਦੇ ਨਾਲ ਜਿਹੜੇ ਲੋਕ ਜੁੜੇ ਆ, ਸਥਾਨੀय ਲੋਕ ਜੀ, ਉਹਨਾਂ 'ਚ ਵੱਡੀ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਹੜੇ ਗਰੀਬ ਆ ਜੀ, ਜਿਹੜੇ ਕਾਰਖਾਨਿਆਂ 'ਚ ਕੰਮ ਕਰਦੇ ਆ ਜੀ। ਹੁਣ ਕਾਰਖਾਨੇ ਚੱਲ ਰਹੇ, ਅਸੀਂ ਕਾਰਖਾਨੇ ਬੰਦ ਨਹੀਂ ਕੀਤੇ। ਬਿਲਕੁਲ। ਅਸੀਂ ਵੇਖਿਆ ਕਿ ਉਹ ਗਰੀਬ ਲੋਕ ਜਿਹੜਾ ਕਾਰਖਾਨੇ ਕੰਮ ਕਰਨ ਜਾਂਦਾ ਜੀ, ਉਹ ਸਾਡੇ ਲੰਗਰ 'ਚੋਂ ਪ੍ਰਸ਼ਾਦਾ ਛਕ ਰਿਹਾ, ਸਾਡੇ ਲੰਗਰ 'ਚੋਂ ਚਾਹ ਪੀ ਰਿਹਾ ਉਹ ਜੀ। ਮਤਲਬ ਉਹ ਲੋਕ ਸਾਡੇ ਨਾਲ ਆ, ਅੱਜ ਵੀ ਨਾਲ ਆ ਸਾਡੇ ਜੀ। ਸਿਰਫ ਤੇ ਸਿਰਫ ਜਿਹੜੇ ਬੀਜੇਪੀ ਦੇ ਲੋਕ ਆ, ਉਹ ਬੀਜੇਪੀ ਦੇ ਲੋਕ ਰੌਲਾ ਪਾ ਰਹੇ ਆ ਜਾਣ ਬੁੱਝ ਕੇ, ਮਤਲਬ ਇਦਾਂ ਦੀ ਗੱਲ ਫੈਲਾ ਰਹੇ ਆ ਵੀ ਲੋਕ ਦੁਖੀ ਆ ਜੀ। ਅਸਲ ਲੋਕ ਨਹੀਂ ਦੁਖੀ, ਬੀਜੇਪੀ ਦੁਖੀ ਆ। ਬੀਜੇਪੀ ਦੁਖੀ ਹੈ, ਬਿਲਕੁਲ ਬੀਜੇਪੀ ਦੁਖੀ ਹੈ। ਤੇ ਇਸ 'ਚ ਕੋਈ ਇੱਕ ਉਦਾਹਰਨ ਤੁਹਾਨੂੰ ਮੈਂ ਦੱਸਦਾ। ਜੀ ਜੀ ਪਲੀਜ਼। ਸਾਡੇ ਕਿਸਾਨ ਆਗੂ ਆ, ਉਹਨਾਂ ਦਾ ਕੈਂਪ ਆ, ਉਹਨਾਂ ਦੇ ਕੈਂਪ ਦੇ ਨਾਲ ਹੀ ਕੁਝ ਲੋਕ ਆ ਜੀ, ਉਹਨਾਂ ਦੇ ਮੁੰਡੇ ਦਾ ਵਿਆਹ ਸੀ, ਉਹ ਕਾਰਡ ਲੈ ਕੇ ਆਏ। ਅੱਛਾ, ਤੁਹਾਨੂੰ ਕਾਰਡ ਦੇਣ ਆਏ ਵਿਆਹ 'ਚ? ਵਿਆਹ ਵਾਸਤੇ ਨਹੀਂ, ਜਿਹੜੇ ਕੈਂਪ ਵਾਲੇ ਬੰਦੇ ਜਿਹੜੇ ਨੇੜੇ ਉਹਨਾਂ ਦੇ ਜੀ ਜੀ, ਉਹਨਾਂ ਆਗੂਆਂ ਨੂੰ ਉਹਨਾਂ ਕਾਰਡ ਦੇ ਦਿੱਤਾ ਕਿ ਤੁਸੀਂ ਸਾਡੇ ਦੇ ਮੁੰਡੇ ਦੇ ਵਿਆਹ ਤੇ ਜ਼ਰੂਰ ਆਉਣਾ ਜੀ। ਮੈਂ ਉਹੀ ਕਹਿਣਾ, ਉੱਥੋਂ ਦੇ ਸਥਾਨਕ ਲੋਕਾਂ ਨਾਲ ਸਾਂਝ ਇੰਨੀ ਪੈ ਚੁੱਕੀ ਹੈ ਕਿ ਉਹ ਵਿਆਹ ਸ਼ਾਦੀਆਂ 'ਚ ਵੀ ਸੱਦਣ ਲੱਗ ਪਏ ਨੇ। ਹਾਂਜੀ ਹਾਂਜੀ, ਕਿਸਾਨਾਂ ਨੂੰ ਇੰਨੀ ਸਾਂਝ ਪੈ ਗਈ ਆਪਸ 'ਚ। ਬੜੀ ਖੂਬਸੂਰਤ ਗੱਲ ਹੈ ਕਿ ਆਪਸੀ ਭਾਈਚਾਰਾ ਲੋਕਾਂ ਦਾ ਨਹੀਂ ਟੁੱਟਿਆ, ਸਗੋਂ ਦੁਬਾਰਾ ਜੁੜਿਆ ਹੈ। ਪੰਜਾਬ ਤੇ ਹਰਿਆਣੇ ਦੇ ਵਿੱਚ ਵਖਰੇਵਾਂ ਸੀ, ਹਿੰਦੂ ਸਿੱਖ ਦੇ ਵਿੱਚ ਵਖਰੇਵਾਂ ਸੀ, ਜੱਟ ਬਾਣੀਏ ਦੇ ਵਿੱਚ ਜਾਂ ਅਨੁਸੂਚਿਤ ਜਾਤੀ ਦੇ ਵਿੱਚ ਵਖਰੇਵਾਂ ਸੀ, ਕਿਸਾਨ ਮਜ਼ਦੂਰ ਦੇ ਵਿੱਚ ਵਖਰੇਵਾਂ ਸੀ। ਇਹ ਵਖਰੇਵੇਂ ਜਿਹੜੇ ਨੇ ਇਸ ਅੰਦੋਲਨ ਨੇ ਦੂਰ ਕਰ ਦਿੱਤੇ ਨੇ। ਇਹ ਤਾਂ ਪ੍ਰਾਪਤੀ ਇਹ ਅੰਦੋਲਨ ਪਹਿਲੇ ਦਿਨ ਹੀ ਕਰ ਚੁੱਕਾ ਹੈ। ਦੂਜੀ ਜਿਹੜੀ ਕਾਨੂੰਨਾਂ ਵਾਲੀ ਜੰਗ ਹੈ, ਮੈਨੂੰ ਲੱਗਦਾ ਉਹ ਵੀ ਜਿੱਤਣ ਦੇ ਕੰਢੇ ਆਪਾਂ ਖੜੇ ਆ। ਤੇ ਪੰਨੂ ਸਾਹਿਬ ਨਾਲ ਗੱਲ ਕਰਨ ਦਾ ਸਾਡਾ ਉਚੇਚਾ ਮਕਸਦ ਇੱਕ ਇਹ ਸੀ ਕਿ ਉਹ ਵਿਅਕਤੀ ਜਿਸ ਨੇ 7 ਦਿਨਾਂ 'ਚ ਇੱਕ ਦਿਨ ਵੀ ਆਪਣੇ ਘਰ ਜਾ ਕੇ ਨਹੀਂ ਵੇਖਿਆ ਤੇ ਸਹੁੰ ਖਾ ਕੇ ਉਹ ਨਿਕਲੇ ਹੋਏ ਨੇ, ਤਰਨਤਾਰਨ ਜ਼ਿਲ੍ਹੇ ਦੇ ਰਹਿਣ ਵਾਲੇ ਨੇ, ਤੇ ਉਹਨਾਂ ਨੇ ਹੁਣ ਅੱਗੇ ਵੀ ਆਪਣਾ ਜਿਹੜਾ ਇਹ ਬਰਕਰਾਰ ਰੱਖੀ ਹੋਈ ਹੈ ਗੱਲ ਕਿ ਉਹ ਨਿਭਾਉਣਗੇ ਆਪਣੀ ਕਹੀ ਗੱਲ ਨੂੰ, ਕਿ ਉਹ ਅੰਦੋਲਨ ਸਰ ਕਰਕੇ ਹੀ ਆਪਣੇ ਘਰ ਜਾਣਗੇ, ਅਦਰਵਾਈਜ਼ ਉਹ ਆਪਣੇ ਘਰ ਨਹੀਂ ਜਾਣਗੇ। ਬਹੁਤ ਸ਼ੁਕਰੀਆ ਪੰਨੂ ਸਾਹਿਬ। ਧੰਨਵਾਦ ਜੀ ਤੁਹਾਡਾ, ਧੰਨਵਾਦ।